ਸਾਡੇ ਕੋਲ ਇੱਕ ਟੌਪਿਕ ਇਹਦੇ ਵਿੱਚ ਹੈਗਾ IFRS ਇੰਟਰਨੈਸ਼ਨਲ ਫਾਈਨੈਂਸਿੰਗ ਰਿਪੋਰਟਿੰਗ ਸਟੈਂਡਰਡ। ਇਹ ਜਿਹੜਾ ਰਿਪੋਰਟਿੰਗ ਸਟੈਂਡਰਡ ਬਣਾਇਆ ਗਿਆ ਇੰਟਰਨੈਸ਼ਨਲ ਬੇਸ ਤੇ ਬਣਾਇਆ ਗਿਆ ਤਾਂ ਕਿ ਇੰਟਰਨੈਸ਼ਨਲ ਅਕਾਊਂਟਿੰਗ ਸਟੈਂਡਰਡ ਬਣਾਇਆ ਰਹੇ। ਇੰਟਰਨੈਸ਼ਨਲ ਸਟੈਂਡਿੰਗ ਅਕਾਊਂਟਿੰਗ ਬੋਰਡ ਇਸ ਨੂੰ ਲੈ ਕੇ ਆਇਆ ਹੋਇਆ ਹੈ। ਇੰਡੀਆ ਦੇ ਵਿੱਚ ਵੀ ਜੇ ਅਸੀਂ ਕਹੀਏ ਵੀ ਇਹਦੇ ਰਿਗਾਰਡਿੰਗ ਜਿਹੜੇ ਮੂਵਮੈਂਟ ਸਟੈਪ ਨੇ ਸਾਡੇ ਕੋਲ ICA ਆਪਣੇ ਕੋਲ ਹੈਗਾ ਜਿਹੜਾ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ, ਇਹ ਵੀ ਇੱਕ ਮੂਵਿੰਗ ਸਟੈਪ ਹੈਗਾ ਕਿ ਜਿਹੜੇ ਇਹਦੇ ਨਾਲ ਮਿਲਦੀ ਜੁਲਦੀ ਹੈ। ਸਾਡੇ ਆਪਣੇ ਇੰਡੀਆ ਦੇ ਵੀ ਇੰਡੀਅਨ ਅਕਾਊਂਟਿੰਗ ਸਟੈਂਡਰਡ ਹੈਗੇ ਨੇ ਲੇਕਿਨ ਉਹ ਵੀ ਇਸ ਦੇ ਹੀ ਪਾਰਟ ਚੱਲਦੇ ਹੈਗੇ ਨੇ। ਇਸ ਲਈ ਬਣਾਇਆ ਗਿਆ ਹੈ ਕਿ ਇੰਟਰਨੈਸ਼ਨਲ ਬੇਸ ਤੇ ਜਾਂ ਫਿਰ ਗਲੋਬਲੀ ਬੇਸ ਤੇ ਜੋ ਹੈ ਮਾਰਕੀਟ ਪ੍ਰੋਪਰ ਕੈਪੀਟਲ ਮਾਰਕੀਟ ਜਨਰੇਟ ਪ੍ਰੋਪਰ ਤਰੀਕੇ ਨਾਲ ਚੱਲਦੀ ਰਹੇ। ਕਿਤੇ ਵੀ ਇਹ ਨਾ ਹੋਵੇ ਅਕਾਊਂਟਸ ਬੇਸ ਤੇ ਕਿਸੇ ਨੂੰ ਕੋਈ ਪ੍ਰੋਬਲਮਸ ਆਣਾ ਸੀ। ਇਹ ਨਹੀਂ ਕਹਿ ਸਕਦੇ ਵੀ ਹਰੇਕ ਕੰਟਰੀ ਕੋਈ ਅਲੱਗ ਤਰੀਕੇ ਨਾਲ ਅਕਾਊਂਟਸ ਕਰ ਰਹੀ ਹੈ। ਸਟੈਂਡਰਡ ਸਭ ਦੇ ਇੱਕੋ ਜਿਹੇ ਨੇ, ਮਿਲਦੇ ਜੁਲਦੇ ਨੇ। ਇਹਨਾਂ ਦਾ ਜਿਹੜਾ ਸੀ ਮੇਨ ਸਾਨੂੰ ਕੁਐਸਚਨ ਜਿਵੇਂ ਆ ਸਕਦਾ ਡਿਫਰੈਂਸ ਆਊਗਾ। ਪੇਜ ਨੰਬਰ ਤੁਹਾਡੇ ਕੋਲ 27 ਤੇ ਹੈ, ਦੋਨੋਂ ਹੀ ਇਕੱਠੇ ਲਿਖੇ ਹੋਏ ਨੇ ਔਰ ਦੋਨੋਂ ਕਲੀਅਰ ਵੀ ਹੋ ਜਾਂਦੇ ਨੇ। ਇੰਡੀਆ ਦੇ ਵਿੱਚ ਅਸੀਂ ਮੋਸਟਲੀ ਜਿਹੜੇ ਪੜ੍ਹਦੇ ਹੈਗੇ ਗੈਪ ਪੜ੍ਹਦੇ ਹਾਂ, ਜਨਰਲ ਅਕਾਊਂਟਿੰਗ ਐਕਸੈਪਟਡ ਪ੍ਰਿੰਸੀਪਲ ਪੜ੍ਹਦੇ ਹਾਂ। ਤਿੰਨਾਂ ਦਾ ਡਿਫਰੈਂਸ ਲਿਖਿਆ ਹੈਗਾ IFRS ਔਰ ਗੈਪ ਦਾ। ਸਭ ਤੋਂ ਪਹਿਲਾਂ ਕੰਪੋਨੈਂਟ ਆਫ ਫਾਈਨੈਂਸ਼ੀਅਲ ਸਟੇਟਮੈਂਟ। ਇੰਡੀਅਨ ਜਿਹੜੇ ਜਨਰਲ ਅਕਾਊਂਟਿੰਗ ਐਕਸੈਪਟਡ ਪ੍ਰਿੰਸੀਪਲ ਉੱਥੇ ਕੀ ਬਣਦਾ, ਬੈਲੈਂਸ ਸ਼ੀਟ ਬਣਦੀ ਹੈ, ਪ੍ਰੋਫਿਟ ਐਂਡ ਲਾਸ ਬਣਦਾ ਹੈ, ਕੈਸ਼ ਫਲੋ ਸਟੇਟਮੈਂਟ ਬਣਦੀ ਹੈ। ਤੇ ਉਸ ਤੋਂ ਇਲਾਵਾ ਜਿਹੜੀ ਐਕਸਪਲੇਨੇਟਰੀ ਨੋਟਸ ਤੇ ਸਾਨੂੰ ਹੋਰ ਕੋਈ ਸਟੇਟਮੈਂਟ ਦੀ ਲੋੜ ਨਹੀਂ। ਇੰਟਰਨੈਸ਼ਨਲ ਫਾਈਨੈਂਸਿੰਗ ਰਿਪੋਰਟਿੰਗ ਸਟੈਂਡਰਡ ਜਿਹੜਾ ਸਿਸਟਮ ਹੈ ਉਹਦੇ ਵਿੱਚ ਕੀ ਹੈ, ਫਾਈਨੈਂਸ਼ੀਅਲ ਪੋਜੀਸ਼ਨ ਬਾਰੇ ਜੋ ਵੀ ਸਟੇਟਮੈਂਟ ਹੋਊਗੀ ਇਨਕਮ ਐਂਡ ਪ੍ਰੋਫਿਟ ਐਂਡ ਲਾਸ ਦੀ ਹੋ ਸਕਦੀ ਹੈ, ਕੈਸ਼ ਫਲੋ, ਚੇਂਜ ਇਨ ਇਕੁਇਟੀ ਮੀਨਸ ਕੈਪੀਟਲ ਅਕਾਊਂਟ ਵੀ ਨਾਲ ਬਣੇਗਾ। ਫਿਰ ਉਸ ਤੋਂ ਬਾਅਦ ਫਾਰਮੈਟ ਆਫ ਫਾਈਨੈਂਸ਼ੀਅਲ ਸਟੇਟਮੈਂਟ। ਜਿਹੜਾ ਫਾਈਨੈਂਸ਼ੀਅਲ ਸਟੇਟਮੈਂਟ ਬਣਦੀਆਂ ਨੇ ਦੋਨੋਂ ਸਿਸਟਮ ਦੇ ਵਿੱਚ ਉਹਨਾਂ ਦਾ ਫਾਰਮੈਟ ਕਿਸ ਤਰ੍ਹਾਂ ਹੈਗਾ। ਸਭ ਤੋਂ ਪਹਿਲਾਂ ਤਾਂ ਹੈਗਾ ਇੰਡੀਅਨ ਸਿਸਟਮ ਅੰਡਰ ਸ਼ਡਿਊਲ 6 ਆਫ ਦੀ ਕੰਪਨੀ ਐਕਟ 1956। ਕੰਪਨੀ ਐਕਟ ਨੇ ਜੋ ਡਿਫਾਈਨ ਕੀਤਾ ਹੋਇਆ ਵੀ ਜੋ ਸ਼ਡਿਊਲ ਦੇ ਅਕੋਰਡਿੰਗ ਇਹ ਫਾਰਮੈਟ ਬਣਨੇ ਚਾਹੀਦੇ ਨੇ ਉਹੀ ਫਾਰਮੈਟ ਬਣ ਰਹੇ ਨੇ। ਲੇਕਿਨ ਇੰਟਰਨੈਸ਼ਨਲ ਬੇਸ ਤੇ ਓਨਲੀ ਇਲਸਟ੍ਰੇਟਿਵ ਫਾਰਮੈਟ ਹੈਵ ਬੀਨ ਗਿਵਨ। ਇਲਸਟ੍ਰੇਸ਼ਨ ਵਾਲੇ ਫਾਰਮੈਟ ਦਿੱਤੇ ਗਏ ਨੇ, ਸਿਰਫ ਰਿਪੋਰਟ ਸਿਸਟਮ ਬਣ ਗਿਆ। ਕੋਈ ਇਦਾਂ ਨਹੀਂ ਹੈ ਕਿ ਕੋਈ ਵੀ ਤੁਹਾਡਾ ਫਾਰਮੈਟ ਬਣ ਕੇ ਪੂਰੀ ਬੈਲੈਂਸ ਸ਼ੀਟ ਤਾਂ ਹੀ ਕੰਪਲੀਟ ਹੋ ਰਹੀਆਂ ਨੇ। ਜੋ ਸੈਟਅਪ ਕੀਤੇ ਗਏ ਨੇ ਵੀ ਇਸ ਬੇਸ ਤੇ ਰਿਪੋਰਟ ਬਣਾ ਕੇ ਰੇਸ਼ੀਓ ਕੱਢਣੀ ਉਹੀ ਡਾਟਾ ਸਾਰਾ ਚੱਲ ਰਿਹਾ ਹੈ। ਅਕਾਊਂਟਿੰਗ ਟ੍ਰੀਟਮੈਂਟ ਕੀ ਹੈਗੇ ਨੇ ਇੰਡੀਆ ਦੇ ਵਿੱਚ ਕੀ ਹੈ, ਫਾਈਨੈਂਸਿੰਗ ਐਕਟੀਵਿਟੀ ਹੈ। ਮੋਸਟਲੀ ਸਾਰੀਆਂ ਕੰਪਨੀਆਂ ਕਰਦੀਆਂ ਹੈਗੀਆਂ ਨੇ ਉਹ ਸਭ ਨੂੰ ਰਿਕਾਰਡ ਵੀ ਰੱਖਣਾ ਪੈਂਦਾ ਹੈ। ਇੰਟਰਨੈਸ਼ਨਲ ਬੇਸ ਤੇ ਕੀ ਹੈ, ਕੈਸ਼ ਔਰ ਇਕੁਅਲ ਇਕੁਇਲੈਂਸ। ਅਸੀਂ ਕੈਸ਼ ਜੋ ਵੀ ਪੇਮੈਂਟਸ ਲੈਣ ਦੇਣਾ ਉਹਦਾ ਪ੍ਰੋਪਰ ਰਿਕਾਰਡ ਰੱਖਣ ਲਈ ਇੰਟਰਨੈਸ਼ਨਲ ਬੇਸ ਤੇ ਉਹਦਾ ਡਾਟਾ ਯੂਜ਼ ਕਰਦੇ ਹਾਂ। ਮੀਨਸ ਮੋਸਟਲੀ ਜਿਹੜਾ ਸਾਡਾ ਸਟੈਂਡਰਡ ਹੈਗਾ ਉਸ ਲਈ ਅਸੀਂ ਯੂਜ਼ ਕਰਦੇ ਹਾਂ ਤਾਂ ਕਿ ਕਿਸੇ ਦੀ ਪੇਮੈਂਟ ਦੇ ਵਿੱਚ ਕੋਈ ਪ੍ਰੋਬਲਮਸ ਨਾ ਹੋਣ। ਬੈਂਕ ਓਵਰਡਰਾਫਟ ਦੇ ਬੇਸ ਤੇ ਨਾਲ ਕੈਸ਼ ਫਲੋ ਫਰੋਮ ਐਕਸਟਰਾਆਰਡੀਨਰੀ ਆਈਟਮਸ। ਅਗਰ ਤੁਹਾਡਾ ਕੈਸ਼ ਫਲੋ ਹੈਗਾ ਕੋਈ ਇਦਾਂ ਪੇਮੈਂਟਸ ਲੈਣ ਦੇਣ ਦਾ ਉਹਦੇ ਬਾਰੇ ਕੀ ਲਿਖਿਆ ਉਹਨਾਂ ਨੇ। ਇੰਡੀਆ ਦੇ ਵਿੱਚ ਕੀ ਹੈ, ਆਪਰੇਟਿੰਗ ਇਨਕਮ, ਫਾਈਨੈਂਸਿੰਗ ਐਂਡ ਇਨਵੈਸਟਿੰਗ ਐਕਟੀਵਿਟੀਜ਼ ਦੇਖਣੀ, ਕਿਤੇ ਕਿਤੇ ਪੈਸਾ ਲਗਾਉਣਾ ਹੈ ਬਿਜ਼ਨਸ ਲਾਉਣ ਲਈ ਕਿੰਨਾ ਪੈਸਾ ਚਾਹੀਦਾ ਹੈ। ਲੇਕਿਨ ਜਦੋਂ ਇੰਟਰਨੈਸ਼ਨਲ ਬੇਸ ਤੇ ਦੇਖਦੇ ਹਾਂ ਕੈਸ਼ ਫਲੋ ਸਟੇਟਮੈਂਟ ਡੂ ਨਾਟ ਰਿਫਲੈਕਟ ਐਨੀ ਆਈਟਮ ਸੱਚ ਐਸ ਐਕਸਟਰਾਆਰਡੀਨਰੀ। ਕੈਸ਼ ਫਲੋ ਦੇ ਵਿੱਚ ਕੋਈ ਵੀ ਐਕਸਟਰਾਆਰਡੀਨਰੀ ਆਈਟਮ ਨਹੀਂ ਹੁੰਦੀ ਹੈ। ਕੈਸ਼ ਫਲੋ ਦੇ ਵਿੱਚ ਸਾਰੀਆਂ ਆਈਟਮਸ ਲਿਖੀਆਂ ਜਾਂਦੀਆਂ ਨੇ, ਚਾਹੇ ਉਹ ਕੈਪੀਟਲ ਬੇਸ ਤੇ ਨੇ ਚਾਹੇ ਕਰੰਟ ਬੇਸ ਤੇ ਨੇ, ਸਾਰੀਆਂ ਆਈਟਮਸ ਦਿਖਾਈਆਂ ਜਾਣਗੀਆਂ। ਇੰਟਰਸਟ ਐਂਡ ਡਿਵੀਡੈਂਡ। ਜਦੋਂ ਇੰਡੀਆ 'ਚ ਦੇਖਦੇ ਹਾਂ ਤਾਂ ਇੰਟਰਸਟ ਦਿੱਤਾ ਜਾਂਦਾ ਹੈਗਾ, ਰਿਸੀਵ ਵੀ ਕੀਤਾ ਜਾਂਦਾ ਹੈ, ਚਾਹੇ ਐਡਵਾਂਸ ਵੀ ਪੇ ਕਰ ਲੈਂਦੇ ਹਾਂ, ਐਡਵਾਂਸ ਪੇਬਲ ਦੇ ਵਿੱਚ ਵੀ ਹੋ ਜਾਂਦਾ ਹੈ। ਲੇਕਿਨ ਇੰਟਰਨੈਸ਼ਨਲ ਬੇਸ ਤੇ ਜਿਹੜਾ ਆਪਣਾ ਇੰਟਰਸਟ ਜਾਂ ਡਿਵੀਡੈਂਡ ਹੈ ਮੇ ਵੀ ਕਹਿੰਦਾ ਕਲਾਸੀਫਾਈਡ ਕੀਤਾ ਜਾਂਦਾ ਟਾਈਮ ਟੂ ਟਾਈਮ, ਜਦੋਂ ਰਿਕੁਆਇਰਮੈਂਟ ਹੁੰਦੀ ਹੈ ਇੰਟਰਸਟ ਬੇਸ ਤੇ ਉਦੋਂ। ਅਦਰਵਾਈਜ਼ ਨਹੀਂ ਹੈ ਕੋਈ ਐਂਟਰੀ ਇਦਾਂ ਪੋਸਟ ਨਹੀਂ ਹੁੰਦੀ ਕਿ ਤੁਸੀਂ ਐਡਵਾਂਸ ਪੇ ਕਰ ਦੋਗੇ ਜਾਂ ਐਡਵਾਂਸ ਚ ਰਿਸੀਵ ਕਰ ਲਓਗੇ। ਕੋਈ ਐਂਟਰੀ ਇੰਟਰਨੈਸ਼ਨਲ ਬੇਸ ਤੇ ਇਦਾਂ ਦੀ ਪੇ ਹੁੰਦੀ ਨਹੀਂ ਹੈ। ਬਾਈ ਦਾ ਵੇ ਕੋਈ ਕੰਟਰੀ ਦੀ ਪੇਮੈਂਟਸ ਲੇਟ ਹੋ ਰਹੀਆਂ ਨੇ ਉਦੋਂ ਜਾ ਕੇ ਟਾਈਮ ਤੇ ਦੇਖਦੇ ਨੇ ਵੀ ਇੰਟਰਸਟ ਚਾਰਜ ਕਰਨਾ ਹੈ ਜਾਂ ਕਿਸੇ ਕੰਟਰੀ ਨੂੰ ਇੰਟਰਸਟ ਪੇ ਕਰਨਾ ਤਾਂ ਪੇ ਹੋਊਗਾ। ਜਿਵੇਂ ਇੰਡੀਅਨ ਸਟੈਂਡਰਡ ਚ ਕਿ ਪਹਿਲਾਂ ਰਿਸੀਵ ਕਰ ਲਿਆ ਜਾਂ ਪਹਿਲਾਂ ਪੇ ਕਰਦਾ, ਕਿਊਡ ਇਨਕਮ ਵਾਲੀ ਜਾਂ ਕਿਊਡ ਇੰਟਰਸਟ ਵਾਲਾ ਕੁਝ ਵੀ ਉਹ ਪਾ ਸਕਦੇ ਆ। ਲੇਕਿਨ ਇੰਟਰਨੈਸ਼ਨਲ ਬੇਸ ਤੇ ਇਦਾਂ ਦਾ ਕੁਝ ਵੀ ਨਹੀਂ ਹੁੰਦਾ। ਫਿਰ ਡਿਵੀਡੈਂਡ ਡਿਕਲੇਅਰਡ। ਇੰਡੀਆ ਦੇ ਵਿੱਚ ਕੀ ਹੈ ਵੀ ਜਦੋਂ ਤੁਸੀਂ ਬੈਲੈਂਸ ਸ਼ੀਟ ਵਗੈਰਾ ਬਣਾਉਂਦੇ ਹੋ ਤਾਂ ਡਿਵੀਡੈਂਡ ਡਿਕਲੇਅਰ ਵੀ ਕਰ ਸਕਦੇ ਹਾਂ। ਸਮ ਟਾਈਮ ਹੁੰਦਾ ਕਿ ਡਿਵੀਡੈਂਡ ਪੈਂਡਿੰਗ ਵੀ ਰੱਖ ਦਿੰਦੇ ਆ। ਲੇਕਿਨ ਇੰਟਰਨੈਸ਼ਨਲ ਬੇਸ ਤੇ ਡਿਵੀਡੈਂਡ ਹਮੇਸ਼ਾ ਉਦੋਂ ਹੀ ਦਿੱਤਾ ਜਾਊਗਾ ਜਦੋਂ ਟਾਈਮ ਪੀਰੀਅਡ ਕੰਪਲੀਟ ਹੋਊਗਾ। ਇੰਡੀਆ ਦੇ ਵਿੱਚ ਪੇਰੈਂਟ ਕੰਪਨੀ ਕੀ ਮੋਸਟਲੀ ਕਹਿੰਦਾ ਪੇਰੈਂਟ ਕੰਪਨੀ 51% ਸ਼ੇਅਰ ਹੋਲਡਿੰਗ ਵਾਲੀ ਹੁੰਦੀਆਂ ਨੇ। ਲੇਕਿਨ ਇੰਟਰਨੈਸ਼ਨਲ ਬੇਸ ਤੇ ਡਿਸੀਜਨ ਜੋ ਹੈ ਇੰਟਰਨੈਸ਼ਨਲ ਫਾਈਨੈਂਸਿੰਗ ਰਿਪੋਰਟ ਜਿਹੜਾ ਬੋਰਡ ਹੈਗਾ ਉਹੀ ਡਿਸੀਜਨ ਲੈ ਕੇ ਚੱਲਦਾ ਹੈ। ਕੈਸ਼ ਫਲੋ ਸਟੇਟਮੈਂਟ ਐਗਜ਼ੈਂਪਟਡ ਨੇ ਜਿਹੜੀਆਂ ਸਮਾਲ ਸਕੇਲ ਇੰਡਸਟਰੀਜ਼ ਕਹਿ ਸਕਦੇ ਹਾਂ, ਫਿਰ ਸਮਾਲ ਮੀਡੀਅਮ ਇੰਡਸਟਰੀਜ਼ ਨੇ ਉਹਨਾਂ 'ਚ ਕੈਸ਼ ਫਲੋ ਸਟੇਟਮੈਂਟ ਲੋਡ ਨਹੀਂ ਹੈ ਆਪਣੇ ਇੰਡੀਆ ਦੇ ਵਿੱਚ। ਜੇ ਇੰਟਰਨੈਸ਼ਨਲ ਬੇਸ ਤੇ ਗੱਲ ਕਰਾਂਗੇ ਕਿਸੇ ਵੀ ਪ੍ਰਕਾਰ ਦੀ ਕੋਈ ਸਟੇਟਮੈਂਟ ਦੀ ਲੋੜ ਨਹੀਂ ਹੈਗੀ। ਅਸੀਂ ਕਹੀਏ ਵੀ ਸਾਨੂੰ ਐਕਚੁਅਲ ਸਾਰੀਆਂ ਕੰਪਨੀ ਬਣਾਉਣੀਆਂ ਜਦੋਂ ਰਿਕੁਆਇਰਮੈਂਟ ਹੈ ਠੀਕ ਹੈ, ਅਦਰਵਾਈਜ਼ ਫਾਈਨੈਂਸ਼ੀਅਲ ਪੋਜੀਸ਼ਨ ਜਾਣ ਲਈ ਕੋਈ ਵੀ ਡਾਟਾ ਬਣਾ ਸਕਦੇ ਹਾਂ। ਪ੍ਰੋਪਰਟੀ ਪਲਾਂਟ ਇਕਵਿਪਮੈਂਟਸ। ਇੰਡੀਆ ਦੇ ਵਿੱਚ ਜਿਹੜੇ ਵੀ ਪਲਾਂਟਸ ਜਾਂ ਫਿਰ ਫਿਕਸ ਐਸੈਟਸ ਨੇ ਉਹਨਾਂ ਦੇ ਉੱਪਰ ਡੈਪਰੀਸੀਏਸ਼ਨ ਲੱਗਦੀ ਹੈ। ਉਹ ਵੀ ਜੋ ਗਵਰਨਮੈਂਟ ਦੇ ਅਕਾਊਂਟਿੰਗ ਸਟੈਂਡਰਡ 6 ਜਾਂ 10 ਦੇ ਅਕੋਰਡਿੰਗ ਜੋ ਰੇਟਸ ਫਿਕਸ ਨੇ, ਜਿਵੇਂ ਫਰਨੀਚਰ 15% ਹੈ, ਤੁਹਾਡੀ ਕੈਪੀਟਲ ਗੁੱਡਸ ਵਗੈਰਾ ਕੁਝ ਹੈਗੀ ਉਹਨਾਂ ਦੇ ਉੱਪਰ 10% ਲਗਾ ਰਹੇ ਨੇ।
लेकिन ਜਦੋਂ ਅਸੀਂ ਗੱਲ ਕਰਦੇ ਹੈਗੇ ਆ ਇੰਟਰਨੈਸ਼ਨਲ ਬੇਸ ਤੇ, ਉੱਥੇ ਕੀ ਹੈ ਵੀ ਜਿਸ ਤਰ੍ਹਾਂ ਪ੍ਰੋਪਰਟੀ ਘਟ ਰਹੀਆਂ ਨੇ ਜਾਂ ਫਿਰ ਵੱਧ ਰਹੀਆਂ ਹੈਗੀਆਂ ਨੇ, ਰੀਕਨਸਟਰਕਟ ਕਰ ਰਹੇ ਨੇ ਜਾਂ ਰੀਕਨਸਟਰਕਸ਼ਨ ਕਰ ਰਹੇ ਨੇ, ਉਸ ਦੇ ਅਕੋਰਡਿੰਗ ਹੀ ਡੈਪਰੇਸ਼ਨ ਲੈ ਕੇ ਚੱਲਦੇ ਨੇ। ਇੰਡੀਆ 'ਚ ਕੀ ਇੱਕ ਪ੍ਰੋਪਰਟੀ ਰੱਖ ਲਈ, ਉਹਦੇ ਉੱਪਰ ਡੈਪਰੇਸ਼ਨ ਲਗਾਤਾਰ ਲੱਗਦੀ ਚਲੀ ਜਾਂਦੀ ਹੈ ਰਿਟਰਨ ਡਾਊਨ ਵੈਲਿਊ ਮੈਥਡ ਦੇ ਅਕੋਰਡਿੰਗ। ਇਹ ਸੀ ਕਿ ਤੁਹਾਡੇ ਦੋਨਾਂ ਦਾ ਡਿਫਰੈਂਸ, ਅਗਰ ਤੁਹਾਨੂੰ ਕੁਐਸਚਨ ਆ ਸਕਦਾ ਇਸੇ ਬੇਸ ਤੇ ਆ ਸਕਦਾ ਹੈ। ਸਾਨੂੰ ਇਕੱਲੇ ਨੂੰ ਲੱਗ ਤੋਂ ਪੜਨ ਦੀ ਲੋੜ ਨਹੀਂ ਹੈ, ਇਹ ਡਿਫਰੈਂਸ ਹੀ ਪੜ੍ਹ ਲਿੱਤੇ ਦੋਨਾਂ ਦੇ ਵਿੱਚ ਕਲੀਅਰਨੈਸ ਆ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈਗੇ ਐਲੀਮੈਂਟਸ ਆਫ ਫਾਈਨੈਂਸ਼ੀਅਲ ਸਟੇਟਮੈਂਟ। ਫਾਈਨੈਂਸ਼ੀਅਲ ਸਟੇਟਮੈਂਟ ਦੇ ਐਲੀਮੈਂਟਸ ਕੀ ਹੋਣਗੇ? ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਸਟੇਟਮੈਂਟ ਗੱਲ ਕਰਦੇ ਹਾਂ ਬੈਲੈਂਸ ਸ਼ੀਟ। ਬੈਲੈਂਸ ਸ਼ੀਟ ਕੋਈ ਇੱਕ ਫਾਈਨੈਂਸ਼ੀਅਲ ਸਟੇਟਮੈਂਟ ਹੈ ਜਿਸ ਤੋਂ ਕਿਸੇ ਵੀ ਕੰਪਨੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਬਾਰੇ ਪਤਾ ਚੱਲਦਾ। ਦੋਨੋਂ ਸਾਈਡ ਮੀਨਸ ਐਸੈਟਸ ਔਰ ਲਾਇਬਿਲਿਟੀ ਸਾਈਡ इक्वल होनी चाहिए बैलेंस शीट के बीच, किसी भी प्रकार की कोई एडजस्टमेंट एंट्री कोड नहीं होती है। जैसे कि अभी हम एंट्री डाल रहे थे उसी टाइप वो अकाउंटिंग इक्वेशन जैसे चल रही है बैलेंस शीट भी वैसे ही चलती है, एक तरफ एसेट साइड एक तरफ लायबिलिटी साइड। कोई भी एडजस्टमेंट एंट्री इसमें पुट नहीं होती, मीन्स आप लोग बराबर करने के लिए कोई एंट्री डाल देंगे तो ऐसा कुछ नहीं होता। बैलेंस शीट में सबसे पहले जो इन्होंने आपके पास एलिमेंट्स बताए हैं, एसेट्स, इक्विटी एंड लायबिलिटी। एसेट्स आपकी फिक्स एसेट और करंट एसेट्स होंगी, इक्विटी जो आपके कैपिटल अकाउंट होंगे, लायबिलिटीज होंगी अदर लायबिलिटीज में भी, वो लॉन्ग टर्म भी हो सकती हैं और शॉर्ट टर्म भी हो सकती हैं। जब भी बैलेंस शीट बनाई जाएगी आपके पास बैलेंस शीट का इन्होंने परफॉर्मा दिया हुआ है पेज नंबर 29 के ऊपर। पहले लायबिलिटी साइड में सबसे पहले यहाँ पे आपके पास सबसे पहले कैपिटल होगा, फिर आपके पास लोन एंड लायबिलिटी होगा, फिर आता है करंट लायबिलिटी। ये आपका परफॉर्मा है। इधर चलते हैं तो पहले सबसे पहले फिक्स एसेट, फिर आपका लोन एंड एडवांस, लास्ट में करंट एसेट। इसी परफॉर्मा बेस पे ही हमारी बैलेंस शीट कंप्लीट होगी। कभी भी आप इस तरह से नहीं है कि फॉर्मेट जो इंडियन स्टैंडर्ड के अकॉर्डिंग है ये फिक्स है कि मोस्टली कंपनी इसी बेस पे ही चलती है। कैपिटल पहले रखी जाएंगी, मैं वो बता रहा हूँ अभी, कभी क्लियर करने जा रहा हूँ। अभी तो सिर्फ मैंने छोटा सा फॉर्मेट वैसे ही होता है, अभी क्लियर कर रहा हूँ अभी। सबसे पहले कैपिटल अकाउंट आएगी। कैपिटल अकाउंट में कोई फिक्स नहीं होता कि एक ही प्रकार की कैपिटल आप लिख देते हैं। मोस्टली कंपनी में बात लेके चलेंगे, वहां पर कई बार कैपिटल जैसे इक्विटी कैपिटल, प्रेफरेंस कैपिटल या फिर डिवेंचर, वो सब कुछ यहीं आते हैं। कंपनी को पीछे प्रॉफिट आया तो वो ही कैपिटल में ऐड हो जाएगा, अगर लॉस है तो इसी में से माइनस हो जाएगा। बाई द वे किसी ओनर्स की ड्राइंग है तो वो भी यहीं से माइनस हो जाएंगी, काफी एंट्रीज के अंडर आ जाती है। लोन एंड लायबिलिटी में आता है अगर आपने किसी ने लॉन्ग टाइम के लिए लोन लिया, किसी बैंक से लोन ले लिया, किसी फाइनेंशियल इंस्टीट्यूशन से, उन सबके यहीं पे नाम लिखे जाते हैं। नाम लिख के उनका बैलेंस सीधा बाहर किया जाएगा। फिर आपके पास आता है करंट लायबिलिटी। करंट लायबिलिटी में आपके पास जो भी आउटस्टैंडिंग एक्सपेंसिव्स हैं जो आपने पे करने हैं, अगर आपका कोई बैंक ओवरड्राफ्ट है, कैश का बैलेंस कभी भी इसमें नहीं आता, ये ध्यान रख लेना। बैंक ओवरड्राफ्ट आ जाएगा, कोई टैक्स पेबल है आपका जैसे जीएसटी या जीएसटी या फिर इनकम टैक्स पेबल, कुछ भी, वो सारे खर्चे आपके यहीं आते हैं जो आपके पेबल वाले होंगे। उन सभी का बैलेंस बाहर वैसे ही लिखा जाएगा। उसके बाद फिक्स एसेट। फिक्स एसेट में काफी कुछ आएंगे, कार एसी, स्कूटर, जनरेटर, प्लांट, मशीनरी। इसके अलावा अगर आपके पास गुडविल है, कॉपीराइट्स, ट्रेडमार्क हैं, पेटेंट हैं, वो सब कुछ यहीं आएंगे। उनका बैलेंस टोटल करके आप इसकी हेडिंग के सामने बाहर देते हैं। लोन एडवांस में अगर आपने किसी को लोन दिया हुआ है या कहीं पर आपने इन्वेस्टमेंट की हुई है जो आपको पैसे मिलने हैं, लॉन्ग टर्म की इन्वेस्टमेंट है, उनके नाम लिख के टोटल यहीं आएगा बाहर। करंट एसेट में कैश, बैंक बैलेंस, प्रीपेड एक्सपेंसिव्स, क्लोजिंग स्टॉक, अदर जो भी आपके डेबिट साइड वाले बैलेंस हैं, या फिर सन्ड्री डेबिटर्स एक होते हैं, वो भी इसी में आते हैं। यहाँ पर सन्ड्री क्रेडिटर रह गए थे, क्रेडिटर भी इधर आएंगे। तो अगर इनको डिफाइन करने बैठते हैं तो काफी कुछ इसमें ऐड हो जाता है। अब क्लियर हुआ? कोई एक चीज 3 एंट्री में खत्म नहीं होती आपकी बैलेंस शीट। ये हेडिंग है, इन्हीं हेडिंग के बीच में ही हमें सब कुछ दिखाना होता है। आप कभी उसमें नहीं होता कि अकेले के से लिखोगे और डायरेक्ट बाहर कर दोगे। जो भी कैलकुलेशन जैसे करनी, मैंने बोला भी इक्विटी कैपिटल है, प्रेफरेंस आ गया, उनके बैलेंस यहीं लिखे जाएंगे। जो कुछ माइनस करने वाला है यहीं पे माइनस करके आप सारा टोटल लेके बाहर लेके जाओगे।
जितने खाते इसके अंदर आ रहे हैं वो टोटल करोगे बाहर जाएंगे, यहाँ पर जितने आ रहे हैं टोटल करोगे बाहर जाएंगे। एक हेडिंग के सामने सिर्फ टोटल जाना चाहिए, सभी को बाहर लिखते नहीं है कभी भी। ओके, सेम इसी में भी इधर साइड में क्लियर है। बैलेंस शीट के बाद हमारे पास आती है स्टेटमेंट ऑफ प्रॉफिट एंड लॉस। प्रॉफिट एंड लॉस भी एक फाइनेंशियल स्टेटमेंट है जिससे कंपनी के एक्चुअल में कितना प्रॉफिट हुआ है, लॉस हुआ, उसके बारे में इंफॉर्मेशन मिल जाती है। प्रॉफिट एंड लॉस में जितने भी इनडायरेक्ट एक्सपेंसेस और इनडायरेक्ट इनकम्स हैं वो कैलकुलेशन के लिए यूज करते हैं। अगर इनकम साइड ज्यादा है, एक्सपेंसिव साइड कम है, तो हमें नेट प्रॉफिट आता है। अगर एक्सपेंसिव साइड ज्यादा बैलेंस है, इनकम साइड कम है, तो नेट लॉस आता है। इसका अगर परफॉर्मा आपने बनाना हो इधर आपके सारे जो आएंगे ऑल इनडायरेक्ट इनकम और इनडायरेक्ट एक्सपेंसेस, ये आपकी डेबिट साइड रहती है, ये क्रेडिट साइड रहती है। जितने भी आपके खर्चे आते हैं, रेंट हो गया, एडवर्टाइजमेंट हो गया, सैलरी हो गया, उसके अलावा कमीशन, जो भी खर्चे हैं जो कंपनी ने पे किए हैं सबके बैलेंस बाहर जाएंगे। अगर भाई सबसे पहले जो काम हमें करना होता है, अगर आपको ट्रेडिंग अकाउंट से प्रॉफिट एंड लॉस आया है तो आप यहाँ पे लिखते हैं बाय ग्रॉस प्रॉफिट ब्रोड डाउन, जितना भी उसका पिछला आपका प्रॉफिट होगा इधर आएगा। अगर लॉस आता है टू ग्रॉस लॉस ब्रोड डाउन है, वो भी इधर लिख के आते हैं। ठीक है जी। लॉस पीछे ट्रेडिंग अकाउंट में है तो यहाँ आ जाएगा, अगर प्रॉफिट आया तो इधर। इधर सारी इनकम, कमीशन रिसीव्ड, इनकम रिसीव्ड, इंटरेस्ट रिसीव्ड, रेंट रिसीव्ड, जो भी इनकम है वो सारी इधर आएंगी। इनका टोटल करेंगे, इधर खर्चे का टोटल करेंगे। ये साइड मान लीजिए आपका टोटल 100 रुपये आ रहा है, इधर 80 रुपये आ रहा है। आपको दोनों साइड बराबर कर देते तो ये 100 रुपये इधर लिख के 20 इधर डाल देते हैं, यहाँ पे आता है हमारे पास नेट प्रॉफिट। बाई द वे इधर कंडीशन चेंज हो जाए, यहाँ 100 है, इधर 80 आ रहा है, तो आप 100 इधर ही करेंगे, 20 रुपये इधर डालेंगे, वहां पे हमारे पास आता है नेट लॉस। ठीक है। फिर उसके बाद लास्ट में एक स्टेटमेंट कंपनी में बनती है, वो आती है कैश फ्लो स्टेटमेंट। कैश फ्लो स्टेटमेंट जो डील करती है कैश इनफ्लो और आउटफ्लो से, कहां से पैसे आपके पास आ रहे हैं, कहां से आपके पास पैसे जा रहे हैं। कैश फ्लो स्टेटमेंट जब भी बनाई जाएगी कंपनी हमेशा अलग अलग एक्टिविटीज में देखेगी। सबसे पहले कैश फ्लो फ्रॉम ऑपरेटिंग एक्टिविटी। ऑपरेटिंग एक्टिविटी समझते हैं, कंपनी चलाने के लिए जो एक्टिविटीज होती है। कंपनी चलाने में कंपनी को पैसा देना भी पड़ेगा और कंपनी कहीं से पैसे रिसीव भी करेगी, वो उन्होंने लिखी हुई है। रेंट की पेमेंट, सैलरी की पेमेंट्स, अदर एक्सपेंसिव, गुड्स और सर्विसेज, प्रोडक्शन करने पे खर्चे। कैश फ्लो फ्रॉम इन्वेस्टिंग एक्टिविटीज, मान लीजिए कंपनी ने कहीं इन्वेस्ट किया पैसा तो उसके बारे में भी देखेगी। इन्वेस्टमेंट लॉन्ग टर्म और शॉर्ट टर्म किसी भी एसेट में हो सकती है। कोई प्लांट खरीदा, कोई मशीनरी खरीदी, ट्रेडमार्क खरीदा या फिर लॉन्ग टर्म इन्वेस्टमेंट की, ये कंपनी की इन्वेस्टमेंट एक्टिविटीज है। उसके बाद फाइनेंसिंग एक्टिविटीज, पैसा इकट्ठा करने की जो एक्टिविटीज होती हैं। बैंक से लोन लिया, इक्विटी शेयर इशू किए, प्रेफरेंस शेयर इशू किए, इंटरेस्ट पेड किया, डिविडेंड पे किया, ये कंपनी की सारी जो है फाइनेंसिंग एक्टिविटीज है। कंपनी कहीं ना कहीं पे जहां पर पैसा आ रहा है और जा रहा है, जब उसकी स्टेटमेंट बनाएगी तो उसको हम कैश फ्लो स्टेटमेंट बोलेंगे। मोस्टली कंपनी में कैश फ्लो स्टेटमेंट बनती है। एक जो स्टेटमेंट बनती है चेंजेस इन इक्विटी। चेंजेस इन इक्विटी ये नहीं होता कि कुछ ऐसा आया, वो आपके कैपिटल अकाउंट ही बनते हैं। हम नॉर्मल वर्ड में बोले, जब भी किसी कंपनी बैलेंस शीट वगैरह बनाई जाएंगी फाइनेंशियल स्टेटमेंट, तो कैपिटल अकाउंट अलग से साथ में देना पड़ता है। कैपिटल अकाउंट में जो ओपनिंग बैलेंस है वो लिख के जितना बैलेंस उनके पास आ रहा है वो क्रेडिट में करते चलेंगे, जो उनसे हमने रिकवर किया है वो डेबिट में डाल के बैलेंस निकालना होता है। चेंजेस इन इक्विटी इसी को भी बोलते हैं। तो मोस्टली कंपनी में जब भी फाइनेंशियल स्टेटमेंट बनेगी, बैलेंस शीट, प्रॉफिट एंड लॉस, कैश फ्लो स्टेटमेंट और लास्ट में कैपिटल अकाउंट, वो सबका ही बनता है। ये था आपका पहला टॉपिक जो हुआ अकाउंट्स का खत्म।